द कॉरपोरेट हॉस्पिटल बटाला रोड ਅੰਮ੍ਰਿਤਸਰ ਦੇ ਪ੍ਰਬੰਧ ਨਿਰਦੇਸ਼ਕ ਡਾਕਟਰ ਜਤਿੰਦਰ ਮਲਹੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਸਪੀਟਲ ਵਿੱਚ ਬਲੱਡ ਬੈਂਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਪੀਆਰਬੀ, ਐਸਡੀਪੀਸੀ, ਆਰਡੀਪੀਸੀ, ਐਫਐਫਪੀ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਕਰਨ ਅਤੇ ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਕਾਰਗਰ ਹੈ। ਇਸ ਮੌਕੇ ਤੇ ਹਸਪੀਟਲ ਦੇ ਡਾਕਟਰ ਜਤਿੰਦਰ ਮਲਹੋਤਰਾ ਨੇ ਬਲੱਡ ਬੈਂਕ ਦੀ ਸ਼ੁਰੂਆਤ ਕਰਨ ਦੇ ਮੌਕੇ ਤੇ हॉस्पिटल विच श्री सुखमनी साहिब दे अखंड पाठ साहिब करवाए गए। इस मौके ते हॉस्पिटल दे स्टाफ डॉक्टर आरती मल्होत्रा MD, डॉक्टर राजेंद्र राजन MS ऑर्थोपैडिक सर्जन, डॉक्टर अनीता राजन MD, हॉस्पिटल मैनेजर लखविंदर सिंह अर्शी मौजूद सन। अमृतसर तो पत्रकार साहिल बेरी की रिपोर्ट। नानक जन के जित मिले चुके सब शोर वाहिगुरु जी की फतेह। ਹਾਂਜੀ ਸਰ, ਆਪਣਾ ਨਾਂ ਜੀ? डॉक्टर जतिंदर मल्होत्रा। ਸਰ ਅੱਜ ਦਾ ਜਿਹੜਾ ਪ੍ਰੋਗਰਾਮ ਉਹਦੇ ਬਾਰੇ ਅਸੀਂ ਇਹ ਜਿਹੜੀ ਸੁਖਮਨੀ ਸਾਹਿਬ ਦਾ ਪਾਠ ਅਤੇ ਲੰਗਰ ਹਰ ਸਾਲ ਹਸਪੀਟਲ 'ਚ ਲਗਾਉਂਦੇ ਹਾਂ। ਸਾਡਾ ਸ਼ੁਰੂ ਤੋਂ ਹੀ 6ਵਾਂ ਸਾਲ ਚੱਲ ਰਿਹਾ। ਸਾਡਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹੀ ਮੋਟਿਵ ਰਿਹਾ ਕਿ ਅਸੀਂ ਹਰ ਸਾਲ ਕੁਛ ਨਾ ਕੁਛ ਪਬਲਿਕ ਦੀ ਸੇਵਾ ਵਾਸਤੇ ਅਤੇ ਹਸਪੀਟਲ ਨੂੰ ਅੱਗੇ ਵਧਾਉਣ ਵਾਸਤੇ ਇੱਕ ਉਪਰਾਲਾ ਕਰੀਏ। 2019 'ਚ ਅਸੀਂ ਜਿਹੜੀ ਕੈਥ ਲੈਬ ਨੂੰ ਨਵੀਂ ਕੈਥ ਲੈਬ ਨੂੰ ਹਾਈ ਗ੍ਰੇਡ ਜਿਹਨੂੰ ਕਹਿੰਦੇ ਆ ਉਹ ਕੈਥ ਲੈਬ ਜ਼ਿਆਦਾ ਰੈਜ਼ੋਲੂਸ਼ਨ ਵਾਲੀ ਸੀਮਨਸ ਦੀ ਕੈਥ ਲੈਬ ਲਗਾਈ ਸੀ। ਅਸੀਂ ਪਾਠ ਕਰਾਇਆ ਸੀ। ਪਿਛਲੇ ਸਾਲ ਅਸੀਂ ਸੀਮਨਸ ਦਾ CT ਸਕੈਨ 32 ਸਲਾਈਸ ਇਨੋਗਰੇਟ ਕੀਤਾ। ਉਦੋਂ ਅਸੀਂ ਉਸ ਖੁਸ਼ੀ 'ਚ ਪਾਠ ਕਰਾਇਆ ਸੀ। ਇਸ ਵਾਰੀ ਸਾਡਾ ਉਪਰਾਲਾ ਸੀ ਕਿ ਜਿਹੜੇ ਸਾਡੇ ਕ੍ਰਿਟੀਕਲ ਕੇਅਰ ਪੇਸ਼ੈਂਟਸ ਹੈ, ਟਰਾਮਾ ਪੇਸ਼ੈਂਟਸ ਹੈ ਜਾਂ ਜਿਨ੍ਹਾਂ ਦੀ ਬਾਈਪਾਸ ਸਰਜਰੀ ਹੁੰਦੀ ਹੈ, ਉਹਨਾਂ ਨੂੰ ਇਨ ਹਾਊਸ ਬਲੱਡ ਬੈਂਕ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ, ਜਿਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਕਿ ਅਸੀਂ ਬਲੱਡ ਬੈਂਕ ਇਨ ਹਾਊਸ ਲਗਾਉਣਾ ਹੈ। ਤਾਂ ਇਨ ਹਾਊਸ ਬਲੱਡ ਬੈਂਕ ਦੀ ਸ਼ੁਰੂਆਤ ਕੀਤੀ ਗਈ ਹੈ, ਜਿਹੜਾ ਕਿ ਕੁਛ ਦੇਰ 'ਚ ਬਲੱਡ ਬੈਂਕ ਸਾਡਾ ਅੰਦਰ ਸ਼ੁਰੂ ਹੋ ਜਾਏਗਾ। ਉਹਦੇ ਵਾਸਤੇ ਅਸੀਂ ਉਹਦੀ ਸ਼ੁਰੂਆਤ ਕਰਨ ਵਾਸਤੇ ਅਸੀਂ ਇਹ ਪਾਠ ਰਖਵਾਇਆ ਸੁਖਮਨੀ ਸਾਹਿਬ ਦਾ ਕਿ ਤਾਂ ਕਿ ਇਹਦੀ ਸ਼ੁਰੂਆਤ ਬਹੁਤ ਅੱਛੀ ਹੋਵੇ ਔਰ ਇਹ ਠੀਕ ਤਰ੍ਹਾਂ ਅਸੀਂ ਇਹਨੂੰ ਚਲਾ ਪਾਈਏ। ਸਪੈਸ਼ਲੀ ਡੇਂਗੂ ਦੇ ਪੇਸ਼ੈਂਟਸ ਜਿਹੜੇ ਹੁੰਦੇ ਹੈ, ਡੇਂਗੂ ਦੇ ਪੇਸ਼ੈਂਟਸ ਵਾਸਤੇ ਸਾਨੂੰ ਇਹ ਬਲੱਡ ਬੈਂਕ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੁੰਦੀ, ਜਿਸ 'ਚ ਪਲੇਟਲੈਟਸ, SDPC, RDPC, ਇਹ ਸਾਰੀਆਂ ਚੀਜ਼ਾਂ, FFP, ਇਹ ਸਾਰੀਆਂ ਚੀਜ਼ਾਂ ਡੇਂਗੂ ਨੂੰ ਟਰੀਟ ਕਰਨ ਵਾਸਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਡੇਂਗੂ ਹਰ ਸਾਲ ਬਹੁਤ ਤੇਜ਼ੀ ਨਾਲ ਆਉਂਦਾ ਹੈ ਔਰ ਬਹੁਤ ਸਾਰੇ ਪੇਸ਼ੈਂਟਸ ਦੀ ਜਾਨ ਵੀ ਲੈ ਲੈਂਦਾ ਹੈ। ਇਹਨਾਂ ਨੂੰ ਬਚਾਉਣ ਦਾ ਬੜਾ ਸਿੰਪਲ ਤਰੀਕਾ ਹੈ। ਅਗਰ ਇਨ ਹਾਊਸ ਬਲੱਡ ਬੈਂਕ ਹੋਵੇ ਤਾਂ ਕਾਫੀ ਜ਼ਿਆਦਾ ਪੇਸ਼ੈਂਟਸ ਨੂੰ ਜਿਹੜੇ ਕਿ ਨਹੀਂ ਬਚਣ ਵਾਲੇ ਵੀ ਹੁੰਦੇ, ਅਸੀਂ ਉਹਨਾਂ ਨੂੰ ਬਚਾਉਣ 'ਚ ਸੌਖਾ ਹੋ ਜਾਂਦਾ ਸਾਨੂੰ ਬਚਾਉਣਾ। ਇਨ ਹਾਊਸ ਪੇਸ਼ੈਂਟਸ ਬਾਈਪਾਸ ਵਾਲੇ, ਉਹਨਾਂ ਨੂੰ ਇਨ ਹਾਊਸ ਚਾਹੀਦਾ ਹੁੰਦਾ। ਸਾਨੂੰ ਪਿਛਲੇ ਸਾਲ ਜਿਹੜਾ CT ਸਕੈਨ ਲਗਾਇਆ ਸੀ, ਉਹ CT ਸਕੈਨ ਦੀ ਬਹੁਤ ਜ਼ਿਆਦਾ ਮਦਦ ਮਿਲੀ ਸਾਨੂੰ ਜਿਹੜੇ ਕੋਵਿਡ ਦੇ ਪੇਸ਼ੈਂਟਸ ਠੀਕ ਕਰਨ ਵਾਸਤੇ। ਕੋਵਿਡ ਦੇ ਪੇਸ਼ੈਂਟਸ ਅਸੀਂ ਇਨ ਹਾਊਸ CT ਸਕੈਨ ਨਾਲ ਬਹੁਤ ਜਲਦੀ ਪਕੜ ਲਏ, ਬਿਕੋਜ਼ ਬੜੀ ਵਾਰੀ RT-PCR 'ਚ ਇੰਨੀ ਜਲਦੀ ਪਕੜਿਆ ਨਹੀਂ ਜਾਂਦਾ ਸੀ ਕੋਵਿਡ, ਜਿੰਨੀ ਜਲਦੀ ਅਸੀਂ ਸਿੰਪਟਮ ਆਉਣ ਤੋਂ ਪਹਿਲਾਂ, ਈਵਨ ਪੇਸ਼ੈਂਟ ਨੂੰ ਅਲਾਮਤਾਂ ਹੋਣ ਤੋਂ ਪਹਿਲਾਂ ਹੀ ਅਸੀਂ CT ਸਕੈਨ ਨਾਲ ਉਹ ਚੀਜ਼ਾਂ ਨੂੰ ਪਕੜ ਲਿਆ, ਜਿਸ ਕਰਕੇ ਪੇਸ਼ੈਂਟ ਸੀਆਂ ਜਿੰਨੀਆਂ ਵੀ, ਬਹੁਤ ਸਾਰੀਆਂ ਦਵਾਈਆਂ ਤਾਂ ਅਵੇਲੇਬਲ ਨਹੀਂ ਸੀ, ਜਿੰਨੀਆਂ ਵੀ ਦਵਾਈਆਂ ਅਵੇਲੇਬਲ ਸੀ ਉਹ ਦਵਾਈਆਂ ਨਾਲ ਸਭ ਤੋਂ ਇੰਪੋਰਟੈਂਟ ਗੱਲ ਉਹਦੇ 'ਚ ਉਹ ਦਵਾਈਆਂ ਦੀ ਇਹ ਸੀ ਕਿ ਜਦੋਂ ਤੱਕ ਉਹ ਇਨੀਸ਼ੀਅਲ ਸਟੇਜਿਸ 'ਤੇ, ਪਹਿਲੀ ਸਟੇਜ 'ਤੇ ਨਾ ਦਿੱਤੀਆਂ ਜਾਣ ਅਤੇ ਬਾਅਦ 'ਚ ਜਦੋਂ ਬਹੁਤ ਜ਼ਿਆਦਾ ਉਹਦੀਆਂ ਪੇਸ਼ੈਂਟ ਡੇਂਜਰਸ ਮੋਡ 'ਚ ਚਲਾ ਜਾਂਦਾ ਹੈ ਜਾਂ ਕ੍ਰਿਟੀਕਲ ਹੋ ਜਾਂਦਾ ਹੈ, ਉਦੋਂ ਦਵਾਈਆਂ ਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ। ਪਰ CT ਸਕੈਨ ਉਹਦੇ ਵਾਸਤੇ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋਇਆ, ਪੇਸ਼ੈਂਟਸ ਨੂੰ ਫਾਇਦਾ ਹੋਇਆ ਕਿ ਅਸੀਂ ਉਹ CT ਸਕੈਨ ਨਾਲ ਡਾਇਗਨੋਸ ਜਲਦੀ ਔਰ ਜਲਦੀ ਦਵਾਈਆਂ ਔਰ ਜਲਦੀ ਠੀਕ। ਇਸ ਤਰ੍ਹਾਂ ਹੀ ਅਸੀਂ ਬਲੱਡ ਬੈਂਕ ਵਾਸਤੇ ਇਹੀ ਉਪਰਾਲਾ ਕਰਨਾ ਚਾਹੁੰਦੇ ਹਾਂ। ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਹੁਣ ਕਰੋਨਾ ਦੀ ਜਿਹੜੀ ਵੈਕਸੀਨ ਆਈ? ਦੇਖੋ, ਮੇਰਾ ਤਾਂ ਹੈ ਕਿ ਜੋ ਕੁਛ ਅਵੇਲੇਬਲ ਹੈਗਾ ਉਹ ਤਾਂ ਜ਼ਰੂਰ ਲੈਣਾ ਚਾਹੀਦਾ ਹੈ। ਅਸੀਂ ਵੀ ਲਗਵਾ ਲਈ ਹੈ, ਸਾਡੇ ਸਾਰੇ ਸਟਾਫ, 350 ਦਾ ਸਟਾਫ ਹੈ, ਸਾਰਿਆਂ ਨੂੰ ਵੈਕਸੀਨ ਲੱਗ ਗਈ। ਸਰਕਾਰ ਨੇ ਫ੍ਰੀ ਵੈਕਸੀਨ ਲਗਾਈ ਹੈ ਔਰ ਸਾਰਿਆਂ ਨੂੰ ਲੱਗ ਚੁੱਕੀ ਹੈ। ਮੇਰੇ ਖਿਆਲ ਲੱਗਿਆ ਨੂੰ ਮਹੀਨਾ ਦੇ ਕਰੀਬ ਹੋ ਚੁੱਕਾ ਹੈ। ਸੈਕਿੰਡ ਡੋਜ਼ ਆਉਣ ਵਾਲੀ ਹੈ, ਕੁਛ ਦਿਨਾਂ 'ਚ ਸੈਕਿੰਡ ਡੋਜ਼ ਵੀ ਆ ਜਾਏਗੀ। ਸੈਕਿੰਡ ਡੋਜ਼ ਵੀ ਲੈਣੀ ਹੈ। ਜਿੰਨਾ ਵੀ ਬਚਾਅ ਹੋ ਜਾਂਦਾ, ਮੈਂ ਨਹੀਂ ਕਹਿ ਰਿਹਾ ਕਿ 100% ਵੈਕਸੀਨ ਨਾਲ ਬਚਾਅ ਹੋ ਜਾਏਗਾ,
ਪਰ ਐਟਲੀਸਟ ਕੁਛ ਦੇ ਬਚਾਅ ਹੋਏਗਾ। ਅਗਰ 60-70% ਐਫੀਕੇਸੀ ਵੀ ਹੋਵੇ ਫਿਰ ਵੀ ਅਸੀਂ ਉਹਦੇ ਨਾਲ 60-70% ਬਚ ਸਕਦੇ ਹਾਂ। ਮਾਸਕ ਦਾ ਅਤੇ ਗੈਦਰਿੰਗ ਦਾ ਤਾਂ ਤੁਸੀਂ ਦੇਖ ਹੀ ਲਿਆ, ਬਿਕੋਜ਼ ਇਹ ਆਲਮੋਸਟ ਖਤਮ ਹੋ ਗਈ ਹੈ। ਨਾ ਮਾਸਕ ਰਹਿ ਗਿਆ ਅਤੇ ਨਾ ਹੀ ਗੈਦਰਿੰਗ ਘਟੀ। ਜਿੰਨੇ ਵੀ ਵਿਆਹ ਸ਼ਾਦੀਆਂ ਫਿਰ ਤੋਂ ਸ਼ੁਰੂ ਹੋ ਗਿਆ, ਫਿਰ ਉਸ ਤਰ੍ਹਾਂ ਹੀ ਕੁਛ ਹੋ ਗਿਆ ਹੈ। ਲੇਕਿਨ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈ ਕਿ ਦੁਬਾਰਾ ਕੋਵਿਡ ਅਗਰ ਆ ਗਿਆ ਫਿਰ ਬਹੁਤ ਭਿਆਨਕ ਸ਼ਕਲ ਲਏਗਾ। ਇਸ ਕਰਕੇ ਉਹਨੂੰ ਬਚਣ ਵਾਸਤੇ ਸਾਨੂੰ ਇੱਕ ਤਾਂ ਆਹ ਵਾਲਾ ਸੋਸ਼ਲ ਡਿਸਟੈਂਸ ਹਮੇਸ਼ਾ ਲਈ ਔਰ ਮਾਸਕ ਐਂਡ ਗੈਦਰਿੰਗ ਥੋੜ੍ਹੀ ਜਿਹੀ ਘਟਾ ਕੇ ਚੱਲਣੀ ਪਏਗੀ। ਔਰ ਇਹਦੇ ਨਾਲ ਨਾਲ ਚੌਥਾ ਉਪਰਾਲਾ ਜਿਹੜਾ ਕਿ ਵੈਕਸੀਨ ਦਾ ਹੈ ਉਹ ਵੀ ਲੈਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਅਗਰ ਵੈਕਸੀਨ ਅਸੀਂ 50-60% ਇੰਡੀਅਨਸ ਨੂੰ ਵੀ ਲਗਾਤੀ ਤੇ ਅਸੀਂ 100% ਕਾਮਯਾਬ ਹੋ ਜਾਵਾਂਗੇ। ਸਰ, ਜਿਸ ਤਰ੍ਹਾਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਵੈਕਸੀਨ ਨਾਲ ਨੈਗੇਟਿਵ ਸਿੰਪਟਮਸ ਵੀ ਆ ਰਹੇ ਆ, ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਦੇਖੋ, ਕੋਈ ਵੀ ਵੈਕਸੀਨ, ਦੁਨੀਆ ਦੀ ਕੋਈ ਵੈਕਸੀਨ, ਚਾਹੇ ਉਹ BCG ਲੈ ਲਓ, ਪੋਲੀਓ ਲੈ ਲਓ, ਕਿਸੇ ਵੀ ਵੈਕਸੀਨ ਲੈ ਲਓ, ਛੋਟਾ ਮੋਟਾ ਬੁਖਾਰ, ਠੰਡ ਲੱਗਣੀ, ਉਲਟੀਆਂ ਆਉਣੀਆਂ, ਟੱਟੀਆਂ ਲੱਗਣੀਆਂ, ਇਹ ਸਾਰੀਆਂ ਆਮ ਅਲਾਮਤਾਂ ਹੀ ਹੈ। ਇਹ ਅਲਾਮਤਾਂ ਤਾਂ ਈਵਨ ਐਂਟੀਬਾਇਓਟਿਕਸ ਦੀਆਂ ਜਾਂ ਈਵਨ ਦਵਾਈਆਂ ਦੀਆਂ ਸਾਰੀਆਂ ਦੀਆਂ ਅਲਾਮਤਾਂ ਹੈਗੀਆਂ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਐਂਟੀਬਾਇਓਟਿਕਸ ਨਹੀਂ ਖਾਣੇ ਜਾਂ ਅਸੀਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਉਹਦੇ ਸਾਈਡ ਇਫੈਕਟਸ ਹਮੇਸ਼ਾ ਛੋਟੇ ਮੋਟੇ ਸਾਰਿਆਂ ਦੇ ਹੁੰਦੇ ਆ। ਇੱਦਾਂ ਵੈਕਸੀਨ ਦਾ ਵੀ ਸਾਈਡ ਇਫੈਕਟ ਹੈ। ਨਵੀਂ ਵੈਕਸੀਨ ਹੈ, ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ, ਲੇਕਿਨ ਨਾ ਲਗਵਾਉਣਾ ਤਾਂ ਮੈਨੂੰ ਲੱਗਦਾ ਨਹੀਂ ਹੈ ਕੋਈ ਸਮਝਦਾਰੀ ਹੈ। ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਲਗਵਾਉਣੀ ਚਾਹੀਦੀ ਹੈ। ਮੈਂ ਲਖਵਿੰਦਰ ਸਿੰਘ ਅਰਸ਼ੀ, ਮੈਨੇਜਰ ਦੀ ਕਾਰਪੋਰੇਟ ਹਸਪੀਟਲ, ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਤਿੰਦਰ ਮਲਹੋਤਰਾ ਜੀ MD ਕਾਰਪੋਰੇਟ ਹਸਪੀਟਲ, ਡਾਕਟਰ ਆਰਤੀ ਮਲਹੋਤਰਾ ਜੀ, ਉਹਨਾਂ ਵੱਲੋਂ ਜੋ ਅੱਜ ਹਸਪਤਾਲ ਵਿੱਚ ਇੱਕ ਸ਼ੁਕਰਾਨੇ ਵਜੋਂ, ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਵਿੱਚ ਕੀਰਤਨ ਔਰ ਕਥਾ ਵਿਚਾਰਾਂ ਵੀ ਹੋਈਆਂ। ਔਰ ਸਾਡਾ ਮੇਨ ਮਨੋਰਥ ਇਹੀ ਹੈ ਕਿ ਜੋ ਵੀ ਸਾਡੇ ਹਸਪੀਟਲ ਵਿੱਚ ਕੋਈ ਵੀ ਮਰੀਜ਼ ਆਵੇ ਤਾਂ ਜੋ ਉਸ ਨੂੰ ਅਸੀਂ ਤੰਦਰੁਸਤ ਕਰਕੇ ਭੇਜ ਸਕੀਏ। ਔਰ ਦੁਆ ਅਤੇ ਦਵਾ ਦੋਨੋਂ ਕੰਮ ਕਰਦੀਆਂ ਨੇ। ਅਸੀਂ ਦੋਨਾਂ ਦਾ ਹੀ ਸਹਾਰਾ ਲੈ ਕੇ ਚੱਲਦੇ ਹਾਂ। ਸਾਡੇ ਹਸਪੀਟਲ ਦੇ ਡਾਕਟਰ ਜਤਿੰਦਰ ਮਲਹੋਤਰਾ ਜੀ ਵੱਲੋਂ ਹਰ ਸਾਲ ਇਹ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ। ਹੋਰ ਕੀ ਉਪਰਾਲੇ ਕੀਤੇ ਜਾਂਦੇ ਨੇ ਜੀ ਹਸਪੀਟਲ ਵੱਲੋਂ? ਹੋਰ ਸਾਡੇ ਹਸਪੀਟਲ ਵੱਲੋਂ ਜੋ ਵੀ ਸਮਾਜ ਸੇਵਕ ਕੰਮ ਨੇ ਉਹਨਾਂ ਵਿੱਚ ਜਿੱਦਾਂ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਨੇ, ਜਿੱਥੇ ਜਿੱਥੇ ਲੋੜਵੰਦਾਂ ਨੂੰ ਜਿਹੜੀ ਜਿਹੜੀ ਜ਼ਰੂਰਤ ਆ ਉਹ ਮੁਹੱਈਆ ਕਰਵਾਈ ਜਾਂਦੀ ਹੈ। ਇਹੀ ਨਹੀਂ ਕਿ ਅਸੀਂ ਆਪਣੇ ਹਸਪਤਾਲ ਦੇ ਕੋਈ ਫਾਇਦੇ ਵਾਸਤੇ, ਚਾਹੇ ਸਾਨੂੰ ਉੱਥੇ ਫਾਇਦਾ ਹੋਵੇ ਚਾਹੇ ਨਾ ਹੋਵੇ, ਉਹਨਾਂ ਕੰਮਾਂ ਵਿੱਚ ਵੀ ਜਾ ਕੇ ਸਾਡੇ ਜੋ ਜਤਿੰਦਰ ਮਲਹੋਤਰਾ ਜੀ ਡਾਕਟਰ ਸਾਹਿਬ ਨੇ ਉਹਨਾਂ ਵੱਲੋਂ ਭੇਜਿਆ ਜਾਂਦਾ ਸਾਡੀ ਟੀਮ ਨੂੰ, ਔਰ ਅਸੀਂ ਜਾ ਕੇ ਬਾਖੂਬੀ ਉੱਥੇ ਉਹ ਕੰਮ ਕਰਕੇ ਆਉਂਦੇ ਹਾਂ ਜੀ। ਇਹ ਕੈਂਪ ਫ੍ਰੀ ਲਾਏ ਜਾਂਦੇ? ਇਹ ਕੈਂਪ ਬਿਲਕੁਲ ਫ੍ਰੀ ਲਗਾਏ ਜਾਂਦੇ ਆ ਜੀ। ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਕਰ ਚੁੱਕੇ ਹੋ ਕਵਰੇਜ। ਅਸੀਂ SP ਜੋ ਪਰਮਿੰਦਰ ਸਿੰਘ ਜੀ ਭੰਡਾਲ ਨੇ, ADCP ਪਰਮਿੰਦਰ ਸਿੰਘ ਜੀ ਭੰਡਾਲ, ਉਹਨਾਂ ਨਾਲ ਰਲ ਕੇ ਪੁਲਿਸ ਮੁਲਾਜ਼ਮਾਂ ਦੇ ਕੈਂਪ ਜਾਂ ਹੋਰਨਾਂ ਪਿੰਡਾਂ ਦੇ ਵਿੱਚ ਸਾਡੇ ਕਾਫੀ ਦੇਰ ਤੋਂ ਇਹ ਕੰਮ ਚੱਲਦੇ ਆ ਰਹੇ ਨੇ ਜੀ। ਕੈਂਪ ਦੇ ਵਿੱਚ ਹਰ ਇੱਕ ਡਿਜ਼ੀਜ਼ ਨੂੰ ਕਵਰ ਕੀਤਾ ਜਾਂਦਾ ਨੇ, ਜਿਸ ਤਰ੍ਹਾਂ ਕਿ ਲਾਈਕ BP, ਸ਼ੂਗਰ, ECG, ਬੋਨ ਟੈਸਟ ਜਾਂ ਹੋਰ ਵੀ ਜਿਹੜੀ ਕੋਈ ਨੋਰਮਲ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਮੌਕੇ 'ਤੇ ਟੈਸਟ ਕਰਕੇ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਉਹ ਕੀਤੇ ਜਾਂਦਾ। ਔਰ ਇਸ ਦੇ ਨਾਲ ਸਾਡੇ ਹਸਪੀਟਲ ਵੱਲੋਂ ਜੋ ਦਵਾਈ ਬਿਲਕੁਲ ਫ੍ਰੀ ਮੁਹੱਈਆ ਕਰਵਾਈ ਜਾਂਦੀ, 1 ਰੁਪਇਆ ਵੀ ਚਾਰਜ ਨਹੀਂ ਕੀਤਾ ਜਾਂਦਾ, ਨਾ ਕੈਂਪ ਲਗਾਉਣ ਵਾਲਿਆਂ ਕੋਲੋਂ ਅਤੇ ਨਾ ਜੋ ਉੱਥੇ ਜੋ ਆਪਣੇ ਮਰੀਜ਼ ਆਉਂਦੇ ਉਹਨਾਂ ਕੋਲੋਂ।